ਹੈਲੋ ਸਟੂਡੈਂਟ, ਅੱਜ ਆਪਾਂ ਮਨ ਜੀਤੇ ਜਗਜੀਤ ਪਾਠ ਬਾਰੇ ਪੜ੍ਹਨ ਜਾ ਰਹੇ ਹਾਂ। ਮਨ ਜੀਤੇ ਜਗਜੀਤ ਜਿਹੜੀ ਤੁਕ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਜਪਜੀ ਸਾਹਿਬ ਵਿੱਚੋਂ ਲਈ ਗਈ ਹੈ। ਇਸ ਵਿੱਚ ਗੁਰੂ ਸਾਹਿਬ ਜੀ ਨੇ ਦੱਸਿਆ ਹੈ ਕਿ ਜੋ ਵਿਅਕਤੀ ਮਨ ਨੂੰ ਜਿੱਤ ਲੈਂਦੇ ਹਨ, ਮਨ ਜਿੱਤੇ ਦਾ ਮਤਲਬ ਹੈ ਕਿ ਜੋ ਮਨ ਨੂੰ ਜਿੱਤ ਲੈਂਦੇ ਹਨ, ਜਗਜੀਤ ਮਤਲਬ ਸਾਰੀ ਦੁਨੀਆ 'ਤੇ ਜਿੱਤ ਪ੍ਰਾਪਤ ਕਰ ਲੈਂਦੇ ਹਨ। ਜਿਹੜਾ ਮਨ ਹੈ ਉਹ ਆਪਾਂ ਨੂੰ ਨਜ਼ਰ ਨਹੀਂ ਆਉਂਦਾ, ਉਹ ਸਿਰਫ ਆਪਾਂ ਅਨੁਭਵ ਕਰ ਸਕਦੇ ਹਾਂ। ਮਨ ਇੱਕ ਜਿਹੜਾ ਸਰੀਰਕ ਅੰਗ ਹੈ, ਸਰੀਰ ਦਾ ਇੱਕ ਅੰਗ ਮੰਨਿਆ ਜਾਂਦਾ ਹੈ। ਇਹ ਮਨੁੱਖੀ ਸਰੀਰ ਦੇ ਢਾਂਚੇ ਨੂੰ ਚਲਾਉਂਦਾ ਹੈ। ਵੀ ਜਿਹੜਾ ਆਪਣਾ ਮਨੁੱਖੀ ਸਰੀਰ ਹੈ, ਇਹ ਜਿਹੜਾ ਸਾਰਾ ਸਰੀਰ ਹੈ ਮਨ ਦੇ ਆਸਰੇ ਹੀ ਚੱਲਦਾ ਹੈ। ਇਸ ਦਾ ਸਥਾਨ ਹੈ ਜਿਹੜਾ ਦਿਮਾਗ ਦੇ ਵਿੱਚ ਹੁੰਦਾ ਹੈ। ਇਸ ਦਾ ਸੰਬੰਧ ਸਰੀਰ ਦੇ ਅੰਦਰ ਅਨੇਕਾਂ ਹੀ ਸੂਖਮ ਦੋਸ਼ ਨਾਲੀਆਂ ਨਾਲ ਹੁੰਦਾ ਹੈ। ਸੂਖਮ ਦੋਸ਼ ਮਤਲਬ ਜਿਹੜੀਆਂ ਛੋਟੀਆਂ ਛੋਟੀਆਂ ਨਾੜੀਆਂ ਹੁੰਦੀਆਂ ਨੇ ਉਹਨਾਂ ਦੇ ਨਾਲ ਹੁੰਦਾ ਹੈ, ਜੋ ਇਸ ਨੂੰ ਇੱਕ ਸੈਕਿੰਡ ਸਰੀਰ ਦੀ ਵਿਵਸਥਾ ਤੱਕ ਪਹੁੰਚਾ ਦਿੰਦਾ ਹੈ। ਕਿਉਂਕਿ ਜਦੋਂ ਇਹ ਦਿਮਾਗ ਵਿੱਚ ਸ਼ਾਮਿਲ ਹੁੰਦਾ ਹੈ ਤਾਂ ਇਸ ਨੂੰ ਪਤਾ ਚੱਲ ਜਾਂਦਾ ਹੈ ਕਿ ਹੁਣ ਵਿਅਕਤੀ ਨੇ ਕੀ ਕਰਨਾ ਹੈ, ਤਾਂ ਇਹ ਜਿਹੜਾ ਸੰਦੇਸ਼ ਹੈ ਉਹ ਸਾਰੀਆਂ ਨਾੜੀਆਂ ਤੱਕ ਪਹੁੰਚਾ ਦਿੰਦਾ ਹੈ। ਉਹ ਸਾਡੇ ਸਰੀਰ ਦੇ ਦੁੱਖ ਵੀ ਮਹਿਸੂਸ ਕਰਦਾ ਹੈ ਅਤੇ ਦੁੱਖਾਂ ਤੋਂ ਬਚਣ ਦੇ ਸੁੱਖ ਦਾ ਸਾਹ ਵੀ ਭਰਦਾ। ਮਤਲਬ ਜਦੋਂ ਆਪਾਂ ਨੂੰ ਕੋਈ ਦੁੱਖ ਤਕਲੀਫ ਹੋਣ ਲੱਗਦੀ ਹੈ ਤਾਂ ਉਸਨੂੰ ਜਦੋਂ ਮਹਿਸੂਸ ਕਰਨ ਲੱਗ ਜਾਂਦਾ ਹੈ ਤਾਂ ਉਸ ਤੋਂ ਬਚਣ ਲਈ ਉਹ ਜਿਹੜੇ ਸਾਧਨ ਅਪਣਾਉਂਦਾ ਹੈ ਉਸ ਦੇ ਬਾਰੇ ਵੀ ਉਹ ਸਾਰਿਆਂ ਨੂੰ ਦੱਸ ਦਿੰਦਾ ਹੈ। ਕਈ ਆਦਮੀ ਦਿਲ ਨੂੰ ਮਨ ਨੂੰ ਸਮਝ ਬੈਠਦੇ ਹਨ ਕਿ ਜਿਹੜਾ ਦਿਲ ਹੈ ਉਹ ਆਪਣਾ ਮਨ ਹੁੰਦਾ ਹੈ, ਇਹ ਉਹਨਾਂ ਦੀ ਭੁੱਲ ਹੈ। ਦਿਲ ਹੈ ਜਿਹੜਾ ਛਾਤੀ ਵਿੱਚ ਰਹਿੰਦਾ ਹੈ, ਜੋ ਕਿ ਇੱਕ ਮਾਸ ਦਾ ਲੋਥੜਾ ਹੈ, ਮਤਲਬ ਮਾਸ ਦਾ ਇੱਕ ਟੁਕੜਾ ਹੈ। ਇਸ ਦਾ ਕੰਮ ਸਾਰੇ ਸਰੀਰ ਨੂੰ ਲਹੂ ਪਹੁੰਚਾਉਣਾ ਹੁੰਦਾ ਹੈ। ਪਰ ਮਨ ਹੈ ਜਿਹੜਾ ਉਹ ਅੱਖਾਂ ਨੂੰ ਦੇਖਣ, ਹੱਥਾਂ ਨੂੰ ਕੰਮ ਕਰਨ ਅਤੇ ਪੈਰਾਂ ਨੂੰ ਚੱਲਣ ਫਿਰਨ ਦੀ ਸ਼ਕਤੀ ਦਿੰਦਾ ਹੈ। ਵੀ ਜਿਹੜਾ ਦਿਲ ਹੈ ਉਹ ਕੀ ਹੈ, ਆਪਣੇ ਸਰੀਰ ਨੂੰ ਲਹੂ ਪਹੁੰਚਾਉਣ ਦਾ ਕੰਮ ਕਰਦਾ ਹੈ। ਉਸ ਦੇ ਦੁਆਰਾ ਆਪਣੇ ਸਾਰੇ ਸਰੀਰ ਵਿੱਚ ਜਿਹੜਾ ਖੂਨ ਹੈ ਉਹ ਪ੍ਰਵਾਹ ਕਰਦਾ ਹੈ। ਪਰ ਮਨ ਹੈ ਜਿਹੜਾ ਉਹ ਅੱਖਾਂ ਨੂੰ ਦੇਖਦਾ ਹੈ, ਹੱਥਾਂ ਨੂੰ ਕੰਮ ਕਰਦਾ ਹੈ ਅਤੇ ਪੈਰਾਂ ਨੂੰ ਚੱਲਣ ਫਿਰਨ ਦੀ ਸ਼ਕਤੀ ਦਿੰਦਾ ਹੈ। ਮਨ ਨੂੰ ਚੰਚਲ ਵੀ ਕਿਹਾ ਜਾਂਦਾ ਹੈ। ਇਹ ਕਦੇ ਵੀ ਵਿਹਲਾ ਨਹੀਂ ਬੈਠਦਾ, ਕਿਉਂਕਿ ਆਪਾਂ ਕਹਿੰਦੇ ਨਾ ਵਿਹਲਾ ਮਨ ਸ਼ੈਤਾਨ ਦਾ ਘਰ, ਵੀ ਕੁਛ ਨਾ ਕੁਛ ਸੋਚਦਾ ਹੀ ਰਹਿੰਦਾ ਹੈ। ਕਈ ਲੋਕ ਮਨ ਦੀ ਤੁਲਨਾ ਬਾਂਦਰ ਨਾਲ ਵੀ ਕਰਦੇ ਹਨ, ਪਰੰਤੂ ਜੇ ਮਨ ਇੰਨਾ ਚੰਚਲ ਹੈ ਤਾਂ ਬਾਂਦਰ ਨਾਲੋਂ ਵੀ ਤੇਜ਼ ਕਿਵੇਂ ਦੌੜ ਲੈਂਦਾ ਹੈ। ਇਸ ਦਾ ਮਤਲਬ ਇਹ ਹੈ ਕਿ ਮਨੁੱਖੀ ਨਜ਼ਰ ਹੈ ਜਿਹੜੀ ਹਵਾ ਨਾਲੋਂ ਤੇਜ਼ ਦੌੜ ਸਕਦੀ ਹੈ, ਅਤੇ ਮਨ ਕਿਉਂ ਨਹੀਂ ਦੌੜ ਸਕਦਾ, ਕਿਉਂਕਿ ਜਿਹੜਾ ਮਨ ਹੈ ਉਹ ਅੱਖਾਂ ਨੂੰ ਦੇਖਣ ਵਾਸਤੇ ਯੂਜ਼ ਕੀਤਾ ਜਾਂਦਾ ਹੈ। ਇਸੇ ਕਰਕੇ ਕਿਹਾ ਗਿਆ ਹੈ ਕਿ ਜਿਹੜੀ ਮਨੁੱਖੀ ਨਜ਼ਰ ਹੈ ਜਦੋਂ ਹਵਾ ਨਾਲ ਤੇਜ਼ ਦੌੜ ਸਕਦਾ, ਮਨ ਕਿਉਂ ਨਹੀਂ ਦੌੜ ਸਕਦਾ। ਮਨ ਨੂੰ ਵਸ ਕਰਨਾ ਬਹੁਤ ਹੀ ਔਖਾ ਹੈ। ਮਨੁੱਖੀ ਮਨ ਹਮੇਸ਼ਾ ਸੁੰਦਰ ਮਹਿਲਾਂ ਵਿੱਚ ਮਤਲਬ ਹਮੇਸ਼ਾ ਸੁੱਖ ਸੁਵਿਧਾ ਪਾਲਣ ਦੀ ਇੱਛਾ ਕਰਦਾ ਰਹਿੰਦਾ ਹੈ ਕਿ ਮੈਨੂੰ ਇਹ ਵੀ ਸੁੱਖ ਪ੍ਰਾਪਤ ਹੋ ਜਾਏ, ਜ਼ਿੰਦਗੀ ਦਾ ਇਹ ਵੀ ਸੁੱਖ ਪ੍ਰਾਪਤ ਹੋ ਜਾਏ। ਇਸ ਵਾਸਤੇ ਚਾਹੇ ਉਸਨੂੰ ਬੁਰੇ ਕੰਮ ਹੀ ਕਿਉਂ ਨਾ ਕਰਨੇ ਪੈਣ, ਉਹ ਸਭ ਬੁਰੇ ਕੰਮ ਕਰੇਗਾ ਸਿਰਫ ਜ਼ਿੰਦਗੀ ਦੇ ਸੁੱਖ ਪ੍ਰਾਪਤ ਕਰਨ ਲਈ, ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ। ਸੁੱਖਾਂ ਦੀ ਖਾਤਰ ਉਹ ਕਿਹੜੇ ਬੁਰੇ ਕਰਮ ਕਰਦਾ ਹੈ, ਜਿਵੇਂ ਚੋਰੀਆਂ, ਠੱਗੀਆਂ, ਛਲ ਕਪਟ, ਧੋਖੇਬਾਜ਼ੀ, ਇਹ ਸਾਰੇ ਕੰਮ ਕਰਦਾ ਹੈ। ਇਹ ਮਨ ਹੀ ਹੈ ਜੋ ਮਨੁੱਖ ਨੂੰ ਜਿੱਧਰ ਚਾਹੇ ਮੋੜ ਲੈਂਦਾ ਹੈ। ਮਨ ਦੇ ਕਹੇ ਜਿਹੜੇ ਵੱਡੇ ਵੱਡੇ ਰਾਜੇ ਨੇ, ਯੋਧੇ ਨੇ, ਸੂਰਬੀਰ ਹੈ, ਬਹਾਦਰ, ਸੰਤ, ਸਾਧੂ, ਫਕੀਰ ਆਦਿ ਸਾਰੇ ਇਸ ਦੇ ਆਸਰੇ ਆਧਾਰ 'ਤੇ ਹੀ ਚੱਲਦੇ ਹਨ। ਉਹ ਜੋ ਕੁਝ ਵੀ ਕਰਦਾ ਹੈ ਮਨ ਦੇ ਵਸ ਹੋ ਕੇ ਕਰਦਾ ਹੈ। ਜਿਸ 'ਤੇ ਕਾਬੂ ਪਾਉਣ ਤੋਂ ਭਾਵ ਹੈ ਕਿ ਉਹ ਅਜਿਹੇ ਕੰਮ ਨਾ ਕਰਵਾਏ। ਵੀ ਜੇ ਆਪਾਂ ਮਨ 'ਤੇ ਕਾਬੂ ਪਾ ਲੈਂਦੇ ਹਾਂ ਕਿ ਆਪਾਂ ਇਹ ਆਪਣੇ ਆਪ ਨੂੰ ਇਹ ਕੋਸ਼ਿਸ਼ ਕਰਦੇ ਹਾਂ ਕਿ ਉਹ ਆਪਣੇ ਤੋਂ ਗਲਤ ਕੰਮ ਨਾ ਕਰਵਾਵੇ, ਜਿਸ ਨਾਲ ਕਿ ਦੂਸਰਿਆਂ ਨੂੰ ਤਕਲੀਫ ਪਹੁੰਚੇ। ਭਾਵ ਮਨ ਉਹੀ ਕੰਮ ਕਰੇ ਜਿਸ ਨੂੰ ਦੂਸਰਿਆਂ ਨਾਲ ਲਾਭ ਹੋਵੇ ਅਤੇ ਕਲਿਆਣ ਹੋਵੇ। ਜਿਨ੍ਹਾਂ ਨੇ ਇਹ ਗੱਲ ਨੂੰ ਸਮਝ ਲਿਆ ਉਹਨਾਂ ਨੇ ਤਾਂ ਮਨ ਨੂੰ ਜਿੱਤ ਲਿਆ, ਭਾਵ ਮਨ 'ਤੇ ਕਾਬੂ ਕਰ ਲਿਆ। ਦੁਨੀਆ ਵਿੱਚ ਮਨੁੱਖ ਬਹੁਤ ਸਾਰੇ ਦੁੱਖ, ਮੁਸੀਬਤਾਂ, ਔਕੜਾਂ ਝੱਲਦਾ ਹੈ। ਇਸ ਕਿਸ ਕਰਕੇ ਝੱਲਦਾ ਹੈ? ਕਿਉਂਕਿ ਉਹ ਉਹਦੀਆਂ ਇੱਛਾਵਾਂ ਦੀ ਪੂਰਤੀ ਕਰਨਾ ਚਾਹੁੰਦਾ ਹੈ। ਇੱਛਾਵਾਂ ਦੀ ਪੂਰਤੀ ਲਈ ਮਨੁੱਖ ਕੀ ਨਹੀਂ ਕਰਦਾ। ਉਹ ਮਨੁੱਖ ਦੀ ਖੁਦਗਰਜੀ ਲੁਕੀ ਹੁੰਦੀ ਹੈ, ਵੀ ਉਸ ਵਿੱਚ ਉਸਦੀ ਇੱਛਾ ਹੁੰਦੀ ਹੈ ਕਿ ਆਪਣੀ ਆਪਾਂ ਕਹਿ ਦਿੰਦੇ ਹਾਂ ਕਿ ਇਹ ਆਪਣੀ ਇੱਛਾ ਖੁਦਗਰਜੀ ਹੁੰਦੀ ਹੈ। ਮਤਲਬ ਹੁੰਦਾ ਹੈ ਕਿ ਆਪਣੇ ਮਤਲਬ ਦੇ ਅਕੋਰਡਿੰਗ ਹੀ ਉਹ ਆਪਣਾ ਸਾਰਾ ਕੰਮ ਕਰਦਾ ਹੈ। ਦੇਸ਼ ਦੀਆਂ ਆਪਸ ਵਿੱਚ ਲੜਾਈਆਂ, ਕਿਸੇ ਕੌਮ ਨੂੰ ਗੁਲਾਮ ਬਣਾ ਕੇ ਰੱਖਣਾ, ਇਹ ਸਭ ਮਨ ਦੀ ਹੀ ਉਪਜ ਹੈ। ਮਨ ਦੇ ਕਾਰਨ ਹੀ ਇਹ ਕੰਮ ਹੁੰਦੇ ਹਨ, ਵੀ ਮਨ ਦੇ ਪਿੱਛੇ ਲੱਗ ਕੇ ਹੀ ਸਾਰੇ ਕੰਮ ਬੁਰੇ ਕੰਮ ਮਨੁੱਖ ਕਰਦਾ ਹੈ। ਅਤੇ ਫਿਰ ਉਸ ਤੋਂ ਬਾਅਦ ਕੀ ਹੁੰਦਾ ਹੈ, ਜੇ ਉਹ ਬੁਰੇ ਕੰਮ ਕਰੂਗਾ ਤਾਂ ਉਸਨੂੰ ਸਜ਼ਾ ਵੀ ਭੁਗਤਣੀ ਪੈਂਦੀ ਹੈ। ਉਹ ਲੋਕਾਂ ਦੀਆਂ ਖੁਸ਼ਾਮਦਾਂ ਵੀ ਕਰਦਾ ਹੈ, ਪਰ ਉਸ ਤੋਂ ਦੂਰ ਭੱਜਦੇ ਹਨ। ਅਤੇ ਇੱਛਾਵਾਂ ਦੇ ਗੁਲਾਮ ਹੋ ਕੇ ਦੁੱਖ ਸੇੜ ਲੈਂਦੇ। ਕਿ ਜਿਹੜੇ ਲੋਕ ਮਨ ਦੇ ਮਗਰ ਲੱਗ ਕੇ ਗਲਤ ਕੰਮ ਕਰਦੇ ਹਨ, ਆਪਦੀਆਂ ਇੱਛਾ ਦੇ ਗੁਲਾਮ ਹੋ ਕੇ ਹਲ ਵਿੱਚ ਕੀ ਕਰਦੇ ਹਨ, ਦੁੱਖ ਝੱਲਦੇ ਹਨ। ਜੋ ਲੋਕ ਮਨ ਨੂੰ ਜਿੱਤ ਲੈਂਦੇ ਹਨ ਉਹ ਪੂਜਣਯੋਗ ਹੁੰਦੇ ਹਨ। ਉਹਨਾਂ ਦੇ ਪਿੱਛੇ ਲੱਗਣਾ ਮਨੁੱਖ ਆਪਣੀ ਪਾਕ ਸਮਝਦਾ ਹੈ।
ਮਨੁੱਖੀ ਮਨ ਨੂੰ ਜਿੱਤਣਾ ਸਾਰੇ ਜਗਤ ਨੂੰ ਜਿੱਤਣ ਦੇ ਬਰਾਬਰ ਹੈ। ਮਨ ਜਿੱਤੇ ਜਗਜੀਤ ਦਾ ਭਾਵ ਹੀ ਇਹ ਹੈ ਕਿ ਜੇ ਉਸਨੇ ਮਨ ਨੂੰ ਪ੍ਰਾਪਤ ਕਰ ਲਿਆ ਤਾਂ ਭਾਵ ਸਾਰੇ ਸੰਸਾਰ ਨੂੰ ਜਿੱਤ ਲਿਆ। ਜਿਹੜੇ ਲੋਕ ਆਪਣੇ ਮਨ ਨੂੰ ਹੀ ਨਹੀਂ ਜਿੱਤ ਸਕਦੇ ਉਹ ਦੂਸਰੇ ਨੂੰ ਆਪਣੇ ਪਿੱਛੇ ਕਿਵੇਂ ਲਾ ਸਕਣਗੇ। ਅਜਿਹੇ ਲੋਕ ਕਿਸੇ ਨੂੰ ਕੋਈ ਲਾਭ ਨਹੀਂ ਪਹੁੰਚਾ ਸਕਦੇ। ਉਹਨਾਂ ਦੇ ਸੰਸਾਰ ਵਿੱਚ ਆਉਣਾ ਹੀ ਇੱਕ ਬੇਈਮਾਨ ਹੈ। ਹੁਣ ਇਹ ਕਾਰਨ ਹੈ ਕਿ ਮਨ ਨੂੰ ਜਿੱਤਿਆ ਕਿਵੇਂ ਜਾ ਸਕਦਾ। ਇਹ ਬਹੁਤ ਔਖਾ ਪ੍ਰਸ਼ਨ ਹੈ। ਮਨ ਨੂੰ ਜਿੱਤਣ ਲਈ ਜੋਗੀ, ਸੰਤ, ਸਾਧੂ ਕਠਿਨ ਤਪੱਸਿਆ ਕਰਦੇ ਹਨ। ਘਰ-ਬਾਰ ਤਿਆਗ ਕੇ ਕਈ ਵਾਰ ਉਹ ਜੰਗਲਾਂ ਵਿੱਚ ਵੀ ਜਾਂਦੇ ਹਨ। ਲੋਕ ਤੀਰਥਾਂ 'ਤੇ ਜਾਂਦੇ ਹਨ, ਵਰਤ ਰੱਖਦੇ ਹਨ, ਪਰ ਗੁਰਮਤਿ ਅਨੁਸਾਰ ਇਹ ਸਭ ਵਿਅਰਥ ਹੈ, ਕਿਉਂਕਿ ਇਸ ਦੇ ਨਾਲ ਆਪਾਂ ਮਨ ਨੂੰ ਨਹੀਂ ਜਿੱਤ ਸਕਦੇ, ਕਿਉਂਕਿ ਇਸ ਦਾ ਅਸਰ ਸਰੀਰ 'ਤੇ ਪੈਂਦਾ ਹੈ ਕਿ ਜਦੋਂ ਆਪਾਂ ਦੁੱਖ ਤਕਲੀਫਾਂ ਝੱਲਦੇ ਹਨ, ਇਸ ਤਰ੍ਹਾਂ ਹੀ ਤਪੱਸਿਆ ਕਰਦੇ ਹਾਂ ਤਾਂ ਉਸ ਦਾ ਅਸਰ ਸਰੀਰ 'ਤੇ ਪੈਂਦਾ, ਨਾ ਕਿ ਮਨ 'ਤੇ। ਸਰੀਰ ਨੂੰ ਧੋਣਾ, ਮਨ ਨੂੰ ਨਹੀਂ ਧੋਤਾ ਜਾ ਸਕਦਾ। ਜੰਗਲਾਂ ਵਿੱਚ ਆ ਕੇ ਇੱਛਾਵਾਂ ਨੂੰ ਨਹੀਂ ਮਾਰਿਆ ਜਾ ਸਕਦਾ, ਕਿਉਂਕਿ ਉਹ ਤਾਂ ਸਰੀਰ ਵਿੱਚ ਹੀ ਰਹਿੰਦੀਆਂ ਹਨ ਅਤੇ ਇੱਛਾਵਾਂ ਪੈਦਾ ਕੌਣ ਕਰਦਾ ਹੈ? ਮਨ। ਭਗਤ ਨਾਮਦੇਵ ਜੀ ਵੀ ਮਨ ਨੂੰ ਵਸ ਕਰਨ ਵਿੱਚ ਲਈ ਕਹਿੰਦੇ ਹਨ ਕਿ ਮਨੁੱਖ ਹੱਥਾਂ ਪੈਰਾਂ ਨਾਲ ਤਾਂ ਕੰਮ ਕਰਦਾ ਰਹੇ ਪਰ ਮਨ ਨੂੰ ਪ੍ਰਭੂ ਭਗਤੀ ਵਿੱਚ ਲਗਾਵੇ, ਕਿਉਂਕਿ ਸਿਆਣੇ ਕਹਿੰਦੇ ਹਨ ਵਿਹਲਾ ਮਨ ਸ਼ੈਤਾਨ ਦਾ ਘਰ। ਵੀ ਉਹਨਾਂ ਦਾ ਕਹਿਣਾ ਇਹ ਹੈ ਕਿ ਜੇ ਮਨੁੱਖ ਨੇ ਮਨ ਨੂੰ ਜਿੱਤਣਾ ਹੈ ਤਾਂ ਉਹ ਕੀ ਕਰੇ ਕਿ ਹੱਥਾਂ ਪੈਰਾਂ ਨਾਲ ਤਾਂ ਕੰਮ ਕਰਦਾ ਰਹੇ ਅਤੇ ਮਨ ਨਾਲ ਪ੍ਰਭੂ ਦੀ ਭਗਤੀ ਕਰੇ, ਤਾਂ ਹੀ ਉਹ ਮਨ ਨੂੰ ਜਿੱਤ ਸਕਦਾ ਹੈ। ਅਰਥਾਤ ਜੇਕਰ ਅਸੀਂ ਮਨ ਨੂੰ ਕੰਮ 'ਤੇ ਲਗਾਈ ਰੱਖਾਂਗੇ ਤਾਂ ਉਹ ਜਿਹੜੀਆਂ ਬੁਰੀਆਂ ਆਦਤਾਂ ਵੱਲ ਨਹੀਂ ਜਾਵੇਗਾ। ਮਨ ਨੂੰ ਵਸ ਕਰਨ ਵਿੱਚ ਚੰਗੀ ਸੰਗਤ ਦੀ ਲੋੜ ਹੈ ਕਿ ਜਿਹੜੀ ਸੰਗਤ ਹੈ ਉਹ ਚੰਗੀ ਹੋਣੀ ਚਾਹੀਦੀ ਹੈ। ਚੰਗੀ ਸੰਗਤ ਮਨ ਨੂੰ ਸ਼ਾਂਤ ਰੱਖਦੀ ਹੈ ਅਤੇ ਮਨ ਨੂੰ ਭਟਕਣ ਨਹੀਂ ਦਿੰਦੀ, ਕਿਉਂਕਿ ਜਦੋਂ ਆਪਾਂ ਬੁਰੀ ਸੰਗਤ 'ਚ ਪੈ ਜਾਂਦੇ ਹਾਂ ਤਾਂ ਲੋਕ ਉਸੇ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ਅਤੇ ਆਪਣਾ ਮਨ ਵੀ ਇਹ ਕਰਦਾ ਕਿ ਹਾਂਜੀ ਆਪਾਂ ਨੂੰ ਇਹ ਕਰਨਾ ਚਾਹੀਦਾ। ਜਿੱਥੋਂ ਤੱਕ ਹੋ ਸਕੇ ਮਨੁੱਖ ਸੰਤੁਲਿਤ ਜੀਵਨ ਜਿਉਣ ਦੀ ਕੋਸ਼ਿਸ਼ ਕਰੇ। ਮਨੁੱਖ ਘਰ ਵਿੱਚ ਰਹਿੰਦਿਆਂ ਹੀ ਆਪਣੀ ਇੱਛਾਵਾਂ ਨੂੰ ਕਾਬੂ ਵਿੱਚ ਰੱਖ ਸਕਦਾ ਹੈ। ਜਿਸ ਤਰ੍ਹਾਂ ਚਿੱਕੜ ਵਿੱਚ ਰਹਿ ਕੇ ਕਮਲ ਦਾ ਫੁੱਲ ਬੇਦਾਗ ਰਹਿੰਦਾ ਹੈ, ਉਸੇ ਤਰ੍ਹਾਂ ਮਨੁੱਖ ਸਮਾਜ ਵਿੱਚ ਰਹਿੰਦਿਆਂ ਇੱਛਾਵਾਂ ਦੀ ਪੂਰਤੀ ਤੋਂ ਦੂਰ ਰਹਿੰਦਾ ਵੀ ਜਿੱਤ ਸਕਦਾ ਹੈ। ਗੁਰੂ ਦੇ ਉਪਦੇਸ਼ ਕੀ ਹੁੰਦੇ ਹਨ ਕਿ ਮਨੁੱਖ ਮਨ 'ਤੇ ਕਾਬੂ ਪਾ ਸਕਦਾ ਹੈ, ਕਿਉਂਕਿ ਗੁਰੂ ਦੇ ਉਪਦੇਸ਼ ਨਾਲ ਹੀ ਮਨੁੱਖ ਹਉਮੈ ਦੇ ਰੋਗ ਤੋਂ ਮੁਕਤ ਹੋ ਜਾਂਦਾ ਹੈ। ਹਉਮੈ ਮਤਲਬ ਹੰਕਾਰ ਦੇ ਰੋਗ ਤੋਂ ਆਜ਼ਾਦ ਹੋ ਜਾਂਦਾ ਹੈ। ਉਸ ਦੀਆਂ ਜਿਹੜੀਆਂ ਇੱਛਾਵਾਂ ਨੇ, ਲਾਲਸਾਵਾਂ ਵੀ, ਉਹ ਜਿਹੜੀ ਖਿੱਚ ਆ ਉਹ ਖਤਮ ਹੋ ਜਾਂਦੀ ਹੈ ਜਦੋਂ ਉਹ ਗੁਰੂ ਦੇ ਉਪਦੇਸ਼ 'ਤੇ ਚੱਲਦਾ ਹੈ ਅਤੇ ਉਹ ਇੱਕ ਸਹਿਜ ਅਵਸਥਾ ਵਿੱਚ ਆ ਜਾਂਦਾ ਹੈ, ਨੋਰਮਲ ਅਵਸਥਾ ਵਿੱਚ ਆ ਜਾਂਦਾ ਹੈ। ਮਨ ਨੂੰ ਸੰਤੁਸ਼ਟੀ ਕਰਨ ਨਾਲ ਉਸ ਸੰਸਾਰ ਨਾਲ ਵੀ ਨਹੀਂ ਟਕਰਾਉਂਦਾ, ਇਸ ਤਰ੍ਹਾਂ ਉਹ ਸੰਸਾਰ ਨੂੰ ਵੀ ਜਿੱਤ ਲੈਂਦਾ ਹੈ। ਇਹ ਸੀ ਬੱਚੇ ਮਨ ਜਿੱਤੇ ਜਗਜੀਤ ਦਾ ਸਰ। ਹੁਣ ਅੱਗੇ ਆ ਗਿਆ ਬੁੱਕ ਵਰਕ। ਮਨ ਜਿੱਤੇ ਜਗਜੀਤ ਕਿਸ ਦੀ ਬਾਣੀ ਹੈ? ਗੁਰੂ ਨਾਨਕ ਦੇਵ ਜੀ ਦੀ। ਇਹ ਤੁਕ ਕਿਸ ਬਾਣੀ ਵਿੱਚੋਂ ਲਈ ਗਈ? ਪਹਿਲੀਆਂ ਸਟਾਰਟਿੰਗ 'ਚ ਦੱਸਿਆ ਸੀ ਕਿ ਗੁਰੂ ਨਾਨਕ ਦੇਵ ਜੀ ਦੀ ਰਚਿਤ ਜਪਜੀ ਸਾਹਿਬ ਵਿੱਚੋਂ ਲਈ ਗਈ ਹੈ। ਮਨ ਨੂੰ ਵਸ ਵਿੱਚ ਕਰਨਾ ਕੀ ਹੈ? ਕਠਿਨ, ਮਤਲਬ ਮੁਸ਼ਕਿਲ ਹੈ ਬਹੁਤ ਜ਼ਿਆਦਾ। ਮਨ ਨੂੰ ਮਨੁੱਖ ਮਨ 'ਤੇ ਕਿਵੇਂ ਕਾਬੂ ਪਾ ਸਕਦਾ ਹੈ? ਕਿਵੇਂ ਪਾ ਸਕਦਾ ਹੈ? ਮਨ ਨੂੰ ਜਿੱਤ ਕੇ। ਨੈਕਸਟ ਆ ਗਿਆ ਵਾਕਾਂ 'ਚ ਵਰਤੋਂ। ਇੱਛਾਵਾਂ, ਇਨਸਾਨ ਦੀਆਂ ਇੱਛਾਵਾਂ ਬਹੁਤ ਜ਼ਿਆਦਾ ਹੁੰਦੀਆਂ ਹਨ। ਢਾਂਚਾ, ਉਸਦੇ ਸਰੀਰ ਦਾ ਢਾਂਚਾ ਵਿਗੜ ਗਿਆ ਹੈ। ਪੂਜਨਯੋਗ, ਜੋ ਮਨ ਨੂੰ ਜਿੱਤ ਲੈਂਦੇ ਹਨ ਉਹ ਪੂਜਨਯੋਗ ਹੋ ਜਾਂਦੇ ਹਨ। ਅਸਥਾਨ, ਮਨ ਦਾ ਸਥਾਨ ਹੈ ਜਿਹੜਾ ਸਰੀਰ ਦੇ ਵਿੱਚ ਹੈ। ਵਿਵਸਥਾ, ਉਹਨਾਂ ਨੇ ਵਿਵਾਹ ਦੀ ਵਿਵਸਥਾ ਬਹੁਤ ਵਧੀਆ ਕੀਤੀ ਸੀ। ਭਗਤ ਕਬੀਰ ਜੀ ਨੇ ਬਾਣੀ ਦੀ ਰਚਨਾ ਕੀਤੀ। ਇਹ ਤਾਂ ਸੀ ਵਾਕਾਂ 'ਚ ਵਰਤੋਂ। ਬੱਚੇ ਤੁਸੀਂ ਬੁੱਕ 'ਤੇ ਤਾਂ ਇਹੀ ਵਾਕ ਲਿਖਣੇ ਨੇ, ਕਲਾਸ ਟੈਸਟ 'ਚ ਪੇਪਰ 'ਚ ਕੋਈ ਵੀ ਲਿਖ ਸਕਦੇ ਹੋ। ਨੈਕਸਟ ਆ ਗਿਆ ਖਾਲੀ ਥਾਵਾਂ। ਡੈਸ਼ ਨਾਲ ਮਨੁੱਖ ਮਨ 'ਤੇ ਕਾਬੂ ਪਾ ਸਕਦਾ ਹੈ? ਗੁਰੂ ਦੇ ਉਪਦੇਸ਼ ਨਾਲ। ਉਹ ਲੋਕਾਂ ਦੀਆਂ ਖੁਸ਼ਾਮਦਾ ਕਰਦਾ ਹੈ। ਖੁਸ਼ਾਮਦਾ ਮਤਲਬ ਤਰਲੇ ਮਿੰਨਤਾਂ ਕਰਦਾ ਹੈ। ਦੁਨੀਆ ਵਿੱਚ ਮਨੁੱਖ ਜਿੰਨੇ ਦੁੱਖ ਤਕਲੀਫਾਂ ਆਪਣੀਆਂ ਇੱਛਾਵਾਂ ਲਈ ਹੀ ਚੱਲਦਾ ਹੈ। ਮਨ ਨੂੰ ਵਸ ਕਰਨਾ ਕਠਿਨ ਹੈ। ਉਹ ਸਾਡੇ ਸਰੀਰ ਦੇ ਦੁੱਖ ਨੂੰ ਮਹਿਸੂਸ ਕਰਦਾ ਹੈ। ਅੱਗੇ ਆ ਗਿਆ ਸਹੀ ਗਲਤ। ਮਨ ਜਿੱਤੇ ਜਗਜੀਤ ਜਾਪ ਸਾਹਿਬ ਦੀ ਤੁਕ ਹੈ? ਨਹੀਂ, ਗਲਤ ਹੈ, ਜਪਜੀ ਸਾਹਿਬ ਦੀ ਤੁਕ ਹੈ। ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਤੁਕ ਹੈ? ਸਹੀ ਹੈ। ਗੁਰੂ ਦੇ ਉਪਦੇਸ਼ ਨਾਲ ਮਨੁੱਖ ਮਨ 'ਤੇ ਕਾਬੂ ਪਾ ਸਕਦਾ ਹੈ? ਸਹੀ। ਕਈ ਵਿਦਵਾਨ ਮਨ ਦੀ ਤੁਲਨਾ ਬਾਂਦਰ ਨਾਲ ਵੀ ਕਰਦੇ ਹਨ? ਸਹੀ ਹੈ। ਮਨ ਨੂੰ ਜਿੱਤਣ ਲਈ ਜੋਗੀ, ਸੰਤ, ਸਾਧੂ ਕਠਿਨ ਤਪੱਸਿਆ ਕਰਦੇ ਹਨ? ਸਹੀ ਹੈ। ਅੱਗੇ ਆ ਗਿਆ ਗ੍ਰਾਮਰ ਨਾਲ, ਵਿਆਕਰਨ ਨਾਲ ਰਿਲੇਟਿਡ ਕੁਐਸਚਨ। ਪੜ੍ਹਨਾਂਵ। ਪੜ੍ਹਨਾਂਵ ਕੀ ਹੁੰਦਾ? ਜਿਹੜੇ ਸ਼ਬਦ ਨਾਮ ਦੀ ਥਾਂ 'ਤੇ ਵਰਤੇ ਹਨ। ਉਹਨਾਂ 6 ਪ੍ਰਕਾਰ ਦਾ ਹੁੰਦਾ। ਉਹ 6ਾਂ ਦੇ ਵਿੱਚੋਂ ਹੀ ਆਪਾਂ ਦੱਸਣਾ ਹੈ। ਨੀਚੇ ਤੁਹਾਨੂੰ ਵਾਕ ਦਿੱਤੇ ਨੇ, ਵਾਕਾਂ ਵਿੱਚੋਂ ਪੜ੍ਹਨਾਂਵ ਦੀਆਂ ਕਿਸਮਾਂ ਚੁਣ ਕੇ ਉਹਦੇ ਸਾਹਮਣੇ ਲਿਖਣਾ। ਪਹਿਲਾਂ ਤਾਂ ਦੱਸਣੇ ਹੈ ਕਿ ਪੜ੍ਹਨਾਂਵ ਕਿਹੜੇ ਹਨ, ਫਿਰ ਉਹਨਾਂ ਦੇ ਸਾਹਮਣੇ ਉਸਦੀਆਂ ਕਿਸਮਾਂ ਲਿਖਣੀਆਂ। ਇਹ ਪਲੇਟ ਕਿਸ ਨੇ ਤੋੜੀ? ਇਹਦੇ ਵਿੱਚੋਂ ਕਿਸ ਨੇ ਜਿਹੜਾ ਹੈ ਪੜ੍ਹਨਾਂਵ ਸ਼ਬਦ ਹੈ, ਇਹ ਕਿਹੜਾ ਹੈ? ਪ੍ਰਸ਼ਨਵਾਚਕ। ਸਾਰੀਆਂ ਮੁਟਿਆਰਾਂ ਬੋਲੀਆਂ ਪਾ ਰਹੀਆਂ ਹਨ। ਸਾਰੀਆਂ ਅਨਿਸ਼ਚੈਵਾਚਕ।
ਉਹ ਕਹਿੰਦਾ ਹੈ ਕਿ ਸਾਰਾ ਕੰਮ ਉਸਨੇ ਵਿਗਾੜਿਆ ਹੈ। ਉਹ ਵਰਡ ਹੈ ਪੁਰਖਵਾਚਕ, ਉਸਨੇ ਹੈਗਾ ਸੰਬੰਧਵਾਚਕ। ਬਹੁਤ ਲੋਕ ਗੁਰਦੁਆਰੇ ਜਾ ਰਹੇ ਹਨ, ਬਹੁਤ ਹੈ ਅਨਿਸ਼ਚੈਵਾਚਕ। ਕੌਣ ਰੌਲਾ ਪਾਉਂਦਾ ਹੈ? ਪ੍ਰਸ਼ਨਵਾਚਕ। ਅੱਗੇ ਆ ਗਿਆ ਪ੍ਰਸ਼ਨਾਂ ਦੇ ਉੱਤਰ ਹੋਰ ਵੀ ਦਿੱਤੇ ਨੇ। ਸਾਰਥਕ ਸ਼ਬਦ ਕੀ ਹੁੰਦੇ ਹਨ? ਇਹਨਾਂ ਦੀਆਂ ਕਿੰਨੀਆਂ ਕਿਸਮਾਂ? ਜਿਨ੍ਹਾਂ ਦਾ ਕੋਈ ਅਰਥ ਹੁੰਦਾ ਹੈ ਉਸਨੂੰ ਸਾਰਥਕ ਸ਼ਬਦ ਕਹਿੰਦੇ ਹਨ। ਇਹਨਾਂ ਦੀਆਂ 8 ਕਿਸਮਾਂ ਹੁੰਦੀਆਂ ਹਨ। ਕਿੰਨਾ ਸ਼ਬਦਾਂ ਦੇ ਅਰਥ ਹੁੰਦੇ ਹਨ ਜਿਹੜੇ ਸਾਰਥਕ ਹੁੰਦੇ ਹਨ? ਨਾਮ ਕਿੰਨੀ ਪ੍ਰਕਾਰ ਦੇ ਹੁੰਦੇ ਹਨ? 5 ਪ੍ਰਕਾਰ ਦੇ। ਨੈਕਸਟ ਆ ਗਿਆ ਰਮਨ, ਬਿਆਸ ਕਿਹੜੇ ਨਾਮ ਹਨ? ਖਾਸ ਨਾਮ। ਅਮੀਰ, ਗਰੀਬ, ਅਸਮਾਨ, ਭੂਮੀ, ਵਰਖਾ ਦੇ ਸਮਾਨਾਰਥਕ ਸ਼ਬਦ ਲਿਖੋ। ਅਮੀਰ ਦਾ ਧਨੀ, ਗਰੀਬ ਦਾ ਨਿਰਧਨ, ਅਸਮਾਨ ਦਾ ਗਗਨ, ਭੂਮੀ ਦਾ ਜ਼ਮੀਨ ਤੇ ਵਰਖਾ ਦਾ ਮੀਂਹ। ਇਹ ਸੀ ਬੱਚੇ ਬੁੱਕ ਵਰਕ। ਹੁਣ ਆ ਜਾਓ ਪ੍ਰਸ਼ਨ ਉੱਤਰ। ਪਹਿਲਾ ਪ੍ਰਸ਼ਨ ਹੈ ਬੱਚੇ, ਮਨ ਜਿੱਤੇ ਜਗਜੀਤ ਪੰਕਤੀ ਦਾ ਅਰਥ ਦੱਸੋ। ਮਤਲਬ ਜਿਹੜੀ ਇਹ ਪੰਕਤੀਆਂ ਦਾ ਕੀ ਅਰਥ ਹੈ? ਜੋ ਮਨੁੱਖ ਮਨ 'ਤੇ ਜਿੱਤ ਪ੍ਰਾਪਤ ਕਰ ਲੈਂਦਾ ਹਨ ਉਹ ਸਾਰੀ ਦੁਨੀਆ 'ਤੇ ਜਿੱਤ ਪ੍ਰਾਪਤ ਕਰ ਲੈਂਦੇ ਹਨ। ਇਹ ਪੰਕਤੀ ਕਿਹੜੀ ਅਤੇ ਕਿਸ ਦੁਆਰਾ ਲਿਖੀ ਬਾਣੀ ਵਿੱਚੋਂ ਲਈ ਗਈ ਹੈ? ਇਹ ਪੰਕਤੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਬਾਣੀ ਵਿੱਚੋਂ ਜਪਜੀ ਸਾਹਿਬ ਦੀ ਤੁਕ ਹੈ। ਮਨ ਬਾਰੇ ਗੁਰੂ ਜੀ ਕੀ ਦੱਸਦੇ ਹਨ? ਆਪਣੀ ਇੱਛਾਵਾਂ ਦੀ ਪੂਰਤੀ ਲਈ ਹੀ ਚੱਲਦਾ ਹੈ। ਦੁਨੀਆ ਵਿੱਚ ਮਨੁੱਖ ਜਿੰਨੇ ਦੁੱਖ ਮੁਸੀਬਤਾਂ ਔਂਕੜਾ ਚੱਲਦਾ ਹੈ ਉਹ ਸਭ ਆਪਣੀ ਇੱਛਾਵਾਂ ਦੀ ਪੂਰਤੀ ਲਈ ਹੀ ਚੱਲਦਾ ਹੈ। ਨੈਕਸਟ ਆ ਗਿਆ, ਮਨੁੱਖ ਆਪਣੇ ਮਨ 'ਤੇ ਕਿਵੇਂ ਕਾਬੂ ਪਾ ਸਕਦਾ ਹੈ? ਮਨ ਨੂੰ ਜਿੱਤਣ ਲਈ ਜੋਗੀ ਸਾਧੂ ਸੰਤਾਂ ਦੁਆਰਾ ਕੀ ਕੀਤਾ ਗਿਆ? ਮਨ ਨੂੰ ਕਾਬੂ ਪਾਉਣ ਤੋਂ ਭਾਵ ਹੈ ਉਹ ਅਜਿਹੇ ਕੰਮ ਨਾ ਕਰਾਏ ਜਿਸ ਨਾਲ ਦੂਸਰਿਆਂ ਨੂੰ ਤਕਲੀਫ ਪਹੁੰਚੇ। ਭਾਵ ਮਨ ਉਹੀ ਕੰਮ ਕਰਾਏ ਜਿਸ ਨਾਲ ਦੂਜਿਆਂ ਦਾ ਲਾਭ ਹੋਵੇ ਤੇ ਕਲਿਆਣ ਹੋਵੇ। ਭਗਤ ਨਾਮਦੇਵ ਜੀ ਨੂੰ ਮਨ ਵਸ ਕਰਨ ਬਾਰੇ ਕੀ ਜਾਣਦੇ ਹਨ? ਭਗਤ ਨਾਮਦੇਵ ਜੀ ਮਨ ਨੂੰ ਵਸ ਕਰਨ ਲਈ ਕਹਿੰਦੇ ਹਨ ਕਿ ਮਨੁੱਖ ਹੱਥਾਂ ਪੈਰਾਂ ਨਾਲ ਤਾਂ ਕੰਮ ਕਰਦਾ ਰਹੇ ਤੇ ਮਨ ਨੂੰ ਪ੍ਰਭੂ ਭਗਤੀ ਵਿੱਚ ਲਾਵੇ, ਕਿਉਂਕਿ ਸਿਆਣੇ ਕਹਿੰਦੇ ਹਨ ਵਿਹਲਾ ਮਨ ਸ਼ੈਤਾਨ ਦਾ ਕੰਮ। ਇਹ ਸੀ ਬੱਚੇ ਪ੍ਰਸ਼ਨ ਉੱਤਰ ਜੋ ਕਿ ਤੁਸੀਂ ਨੋਟਬੁੱਕ 'ਤੇ ਕੰਪਲੀਟ ਕਰਨੇ ਹਨ। ਧੰਨਵਾਦ।